ਰਿਸ਼ਤਾ ਕੋਈ ਬਰੋਚ ਨਹੀਂ ਹੁੰਦਾ, ਨਾ ਸੋਨੇ ਦਾ, ਨਾ ਚਾਂਦੀ ਦਾ ਤੇ ਨਾ ਪਿੱਤਲ ਦਾ। ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਵਿਪਨਦੀਪ ਕੌਰ। ਅੱਜ ਦੇ ਇਸ ਭਾਸ਼ਣ ਮੁਕਾਬਲੇ ਵਿੱਚ ਮੇਰੇ ਬੋਲਣ ਦਾ ਵਿਸ਼ਾ ਹੈ ਔਰਤ ਮਰਦ ਦੇ ਬਦਲਦੇ ਰਿਸ਼ਤੇ। ਦੋਸਤੋ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਔਰਤ ਤੇ ਮਰਦ ਦਾ ਰਿਸ਼ਤਾ ਸਭ ਰਿਸ਼ਤਿਆਂ ਨਾਲੋਂ ਅਹਿਮ ਹੈ ਤੇ ਸਭ ਮਨੁੱਖੀ ਰਿਸ਼ਤਿਆਂ ਦਾ ਆਧਾਰ ਵੀ। ਤੇ ਸਮਾਜ ਦਾ ਪ੍ਰਬੰਧ ਬਦਲਣ ਨਾਲ ਮਨੁੱਖੀ ਰਿਸ਼ਤੇ ਵੀ ਪ੍ਰਭਾਵਿਤ ਹੁੰਦੇ ਹਨ। ਸ਼ੁਰੂ ਵਿੱਚ ਜੰਗਲੀ ਸਮਾਜ ਵਿੱਚ ਔਰਤ ਤੇ ਮਰਦ ਦਾ ਰਿਸ਼ਤਾ ਪ੍ਰਾਕਿਰਤਿਕ ਸੀ। ਪਤੀ ਤੇ ਪਤਨੀ ਦਾ ਸੰਕਲਪ ਹੋਂਦ ਵਿੱਚ ਨਹੀਂ ਆਇਆ ਸੀ। ਬੱਚੇ ਮਾਂ ਦੇ ਨਾਮ ਨਾਲ ਜਾਣੇ ਜਾਂਦੇ ਸਨ ਤੇ ਇਹ ਇੱਕ ਮਾਂ ਪ੍ਰਧਾਨ ਸਮਾਜ ਸੀ। ਫਿਰ ਮਨੁੱਖ ਨੇ ਕਬੀਲਿਆਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਔਰਤ ਤੇ ਮਰਦ ਬਰਾਬਰ ਕੰਮ ਕਰਦੇ ਸਨ। ਸਗੋਂ ਸੱਚ ਤਾਂ ਇਹ ਹੈ ਕਿ ਕਈ ਕਬੀਲਿਆਂ ਦੀਆਂ ਸਰਦਾਰ ਔਰਤਾਂ ਹੁੰਦੀਆਂ ਸਨ। ਫਿਰ ਗੁਲਾਮਦਾਰੀ ਯੁੱਗ ਵਿੱਚ ਪੈਦਾਵਾਰ ਦੀ ਮਾਲਕੀ ਦੇ ਸਵਾਲ ਨੇ ਔਰਤ ਤੇ ਮਰਦ ਦੇ ਰਿਸ਼ਤੇ ਨੂੰ ਨਵੇਂ ਅਰਥ ਪ੍ਰਦਾਨ ਕੀਤੇ। ਵੱਖ-ਵੱਖ ਕਬੀਲਿਆਂ ਦੀਆਂ ਲੜਾਈਆਂ ਵੇਲੇ ਹਾਰੇ ਹੋਏ ਕਬੀਲੇ ਦੇ ਔਰਤਾਂ ਤੇ ਮਰਦਾਂ ਨੂੰ ਮਾਰਿਆ ਨਹੀਂ ਜਾਂਦਾ ਸੀ, ਸਗੋਂ ਗੁਲਾਮ ਬਣਾ ਲਿਆ ਜਾਂਦਾ ਸੀ। ਇਸ ਤਰ੍ਹਾਂ ਔਰਤ ਵੀ ਮਰਦ ਦੇ ਦਾਬੇ ਦਾ ਸ਼ਿਕਾਰ ਹੋਣ ਲੱਗੀ। ਉਧਰੋਂ ਪੁੱਤਰ ਦੇ ਜਨਮ ਨੂੰ ਵੀ ਜਾਇਦਾਦ ਦੀ ਕਦਰ ਸਮਝਿਆ ਜਾਣ ਲੱਗ ਪਿਆ। ਇਸ ਤਰ੍ਹਾਂ ਔਰਤ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਤੇ ਧਰਮ ਅਨੁਸਾਰ ਵੀ ਮੋਕਸ਼ ਪ੍ਰਾਪਤੀ ਲਈ ਪੁੱਤਰ ਪ੍ਰਾਪਤੀ ਤੇ ਜ਼ੋਰ ਦਿੱਤਾ ਗਿਆ। ਅੰਤਮ ਸੰਸਕਾਰ ਵੀ ਪੁੱਤਰ ਦੁਆਰਾ ਕੀਤਾ ਜਾਣਾ ਹੀ ਜ਼ਰੂਰੀ ਸਮਝਿਆ ਜਾਣ ਲੱਗ ਪਿਆ। ਧਰਮ ਦੀਆਂ ਇਹਨਾਂ ਸੰਕੀਰਣ ਮਾਨਤਾਵਾਂ ਨੇ ਔਰਤ ਦੀ ਸਥਿਤੀ ਨੂੰ ਖੀਣ ਕਰਕੇ ਉਸ ਦੀ ਬੇਕਦਰੀ ਕੀਤੀ। ਔਰਤ ਤੇ ਬਹੁਤ ਸਾਰੀਆਂ ਬੰਦਿਸ਼ਾਂ ਲਗਾ ਦਿੱਤੀਆਂ। ਔਰਤ ਮਰਦ ਨਾਲੋਂ ਸਰੀਰਕ ਤੇ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਪਛੜ ਗਈ ਤੇ ਮਰਦ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦਿਆਂ ਸਾਰੀ ਆਰਥਿਕਤਾ ਤੇ ਸਾਰੀ ਜਾਇਦਾਦ ਦਾ ਮਾਲਕ ਬਣ ਗਿਆ। ਦੋਸਤੋ, ਇਹ ਉਹ ਸਮਾਂ ਸੀ ਜਦੋਂ ਔਰਤ ਤੇ ਮਰਦ ਦੇ ਰਿਸ਼ਤੇ ਦਾ ਸਮਾਨਤਾ ਦਾ ਅੰਸ਼ ਤੇਜ਼ੀ ਨਾਲ ਖੁਰਨਾ ਸ਼ੁਰੂ ਹੋ ਗਿਆ। ਫਿਰ ਜ਼ਗੀਰਦਾਰੀ ਸਮਾਜ ਵਿੱਚ ਮਰਦ ਦੀ ਪ੍ਰਧਾਨਤਾ ਪੂਰੀ ਤਰ੍ਹਾਂ ਸਥਾਪਿਤ ਹੋ ਗਈ ਤੇ ਔਰਤ ਦੀ ਹਾਲਤ ਹੋਰ ਗੁੰਝਲਦਾਰ ਹੋ ਗਈ। ਇਹ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਮਾਰ ਕੇ ਦੱਬਣ ਦਾ ਰਿਵਾਜ ਪੈ ਗਿਆ ਤੇ ਨਾਲੇ ਕਿਹਾ ਜਾਂਦਾ ਸੀ, ਗੁੜ ਖਾਈ ਪੂਣੀ ਕੱਤੀ, ਆਪ ਨਾ ਆਈ ਵੀਰੇ ਨੂੰ ਕੱਤੀ। ਦੋਸਤੋ, ਮਰਦ ਦੀ ਸਰਦਾਰੀ ਸਥਾਪਿਤ ਹੋਣ ਕਰਕੇ ਔਰਤ ਪ੍ਰਤੀ ਉਸ ਦਾ ਰਵੱਈਆ ਕਠੋਰ ਹੋ ਗਿਆ। ਬਾਲ ਵਿਆਹ, ਸਤੀ ਪ੍ਰਥਾ ਤੇ ਪਰਦੇ ਵਰਗੀਆਂ ਕੁਰੀਤੀਆਂ ਨੇ ਜਨਮ ਲਿਆ। ਪਤੀ ਘਰ ਦਾ ਮਾਲਕ ਬਣ ਗਿਆ ਤੇ ਪਤਨੀ ਗੁਲਾਮ। ਫਿਰ ਪੂੰਜੀਵਾਦੀ ਆਰਥਿਕ ਵਿਵਸਥਾ ਵਿੱਚ ਇੱਕ ਨਵਾਂ ਦ੍ਰਿਸ਼ਟੀਕੋਣ ਸਾਹਮਣੇ ਆਇਆ। ਆਰਥਿਕ ਮਜਬੂਰੀ ਤੇ ਵਿਅਕਤੀਗਤ ਯੋਗਤਾ ਕਰਕੇ ਔਰਤ ਰੁਜ਼ਗਾਰ ਦੇ ਖੇਤਰ ਵਿੱਚ ਕਾਰਜਸ਼ੀਲ ਹੋਣ ਲੱਗੀ। ਪੂੰਜੀਵਾਦੀ ਸਮਾਜਿਕ ਵਿਵਸਥਾ ਵਿੱਚ ਔਰਤ ਮਰਦ ਦੇ ਗਲਬੇ ਤੋਂ ਅੰਸ਼ਕ ਤੌਰ ਤੇ ਤਾਂ ਮੁਕਤ ਹੁੰਦੀ ਹੈ, ਪਰ ਸਾਡੇ ਸਮਾਜਿਕ ਮੁੱਲ ਵਿਧਾਨ ਦੀ ਸੁਸਤ ਚਾਲ ਕਾਰਨ ਅੱਜ ਵੀ ਔਰਤ ਦੀ ਹਾਲਤ ਮਰਦ ਨਾਲੋਂ ਦੁਜੈਲੀ ਹੈ। ਸੋ ਦੋਸਤੋ, ਔਰਤ ਤੇ ਮਰਦ ਦੇ ਰਿਸ਼ਤੇ ਦੀ ਵਰਤਮਾਨ ਹਾਲਤ ਨੂੰ ਜੇ ਅਸੀਂ ਭਾਰਤੀ ਰਿਸ਼ਤਾ ਪ੍ਰਣਾਲੀ ਦੇ ਪੱਖ ਤੋਂ ਵੇਖੀਏ ਤਾਂ ਔਰਤ ਦੀ ਹਾਲਤ ਦੂਰੇ ਗੁਲਾਮ ਵਾਲੀ ਹੈ, ਜਿਸ ਦੀ ਇੱਕ ਪਰਤ ਪੂੰਜੀਵਾਦੀ ਵਿਵਸਥਾ ਦੇ ਸ਼ੋਸ਼ਣ ਦੀ ਹੈ ਤੇ ਦੂਜੀ ਮਰਦ ਦੇ ਦਾਬੇ ਦੀ। ਦੋਸਤੋ, ਅੰਤ ਵਿੱਚ ਮੈਂ ਸ਼ਿਵ ਕੁਮਾਰ ਬਟਾਲਵੀ ਦੀਆਂ 4 ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ, ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ ਵੇ ਪਈਆਂ ਪਈਆਂ ਚੁੱਕ ਵੀ ਰਹੀਆਂ। ਅਸੀਂ ਕੱਚਿਆਂ ਘਰਾਂ ਦੀਆਂ ਕੰਧੀਆਂ ਵੇ ਪਈਆਂ ਪਈਆਂ ਪੁਰ ਵੀ ਰਹੀਆਂ। ਅਸੀਂ ਪੱਤਣਾ ਤੇ ਪਈਆਂ ਬੇੜੀਆਂ ਵੇ ਪਈਆਂ ਪਈਆਂ ਡੁੱਬ ਵੀ ਰਹੀਆਂ।
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਦਲਜੀਤ ਕੌਰ ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾ ਤੁਹਾਡੇ ਰੂਬਰੂ ਹਾਂ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਨਵੇਕਲੇ ਉਪਰਾਲੇ ਭਾਸ਼ਣ ਮੁਕਾਬਲੇ ਅਧੀਨ। ਅੱਜ ਦੇ ਇਸ ਭਾਸ਼ਣ ਮੁਕਾਬਲੇ ਵਿੱਚ ਮੇਰੇ ਬੋਲਣ ਦਾ ਵਿਸ਼ਾ ਹੈ ਲੋਕ ਸੰਘਰਸ਼ ਅਤੇ ਅਧਿਆਪਕ। ਮਹਾਨ ਵਿਦਵਾਨ ਅਰਸਤੂ ਨੇ ਆਖਿਆ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਜਦੋਂ ਵੀ ਮਨੁੱਖ ਸਮਾਜ ਵਿੱਚ ਰਹਿੰਦਾ ਹੈ ਤਾਂ ਉਸਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਦੋਂ ਸਮੱਸਿਆਵਾਂ ਹੋਣ ਤੇ ਜਨਮ ਹੁੰਦਾ ਹੈ ਇੱਕ ਲੋਕ ਸੰਘਰਸ਼ ਦਾ। ਤੇ ਅਧਿਆਪਕ ਕੋਲ ਇੱਕ ਚੇਤਨਾ ਹੈ ਜਿਸ ਦੇ ਆਧਾਰ ਤੇ ਉਹ ਉਸ ਸਮੱਸਿਆ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਅਗਵਾਈ ਵੀ ਦਿੰਦਾ ਹੈ। ਸੋ ਸਾਡੇ ਬਹੁਤ ਸਾਰੇ ਮਹਾਨ ਅਧਿਆਪਕ ਹੋਏ ਹਨ। ਡਾਕਟਰ ਰਾਧਾ ਕ੍ਰਿਸ਼ਨਨ, ਸਵਾਮੀ ਵਿਵੇਕਾਨੰਦ ਜੀ, ਮਹਾਤਮਾ ਬੁੱਧ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮੱਸਿਆ ਨਾਲ ਅਗਵਾਈ ਦਿੰਦਿਆਂ ਹੋਇਆਂ ਅਧਿਆਪਨ ਦਾ ਕੰਮ ਵੀ ਕੀਤਾ। ਸੋ ਅਸੀਂ ਇੱਕ ਅਧਿਆਪਕ ਵਰਗ ਤੋਂ ਇਹ ਉਮੀਦ ਵੀ ਕਰਦੇ ਹਾਂ ਕਿ ਉਹ ਲੋਕ ਚੇਤਨਾ ਵਿੱਚ ਆਵੇ। ਸਮੱਸਿਆਵਾਂ ਲੋਕ ਸੰਘਰਸ਼ ਦੀਆਂ ਕਈ ਹਨ, ਸਮਾਜਿਕ ਨੇ, ਰਾਜਨੀਤਿਕ ਨੇ, ਆਰਥਿਕ ਨੇ ਤੇ ਸਮੇਂ-ਸਮੇਂ ਤੇ ਅਧਿਆਪਕ ਮੋਢੇ ਨਾਲ ਮੋਢਾ ਢਾ ਕੇ ਇਹਨਾਂ ਸਮੱਸਿਆਵਾਂ ਵਿਰੁੱਧ ਲੜਦੇ ਰਹੇ ਹਨ। ਜੇਕਰ ਅਸੀਂ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਗੱਲ ਕਰੀਏ ਤਾਂ ਡਾਕਟਰ ਕੁਲਦੀਪ ਸਿੰਘ ਦੀਪ ਜੀ ਦੇ ਲਿਖੇ ਨਾਟਕ ਜੋ ਕਿ ਅੱਜ ਕਿਸਾਨੀ ਸਮੱਸਿਆ ਵਿੱਚ ਟੀਕਰੀ ਬਾਰਡਰ, ਸਿੰਘੂ ਬਾਰਡਰ ਤੇ ਖੇਡੇ ਜਾਂਦੇ ਹਨ ਤੇ ਜੰਗ ਜਾਰੀ ਦਾ ਸੰਦੇਸ਼ ਦਿੰਦੇ ਹਨ। ਜੇਕਰ ਅਧਿਆਪਕ ਇੱਕ ਲੋਕ ਸੰਘਰਸ਼ ਵਿੱਚ ਸ਼ਾਮਲ ਨਾ ਹੋਵੇ ਤਾਂ ਕੀ ਹੋਵੇਗਾ? ਅੰਦਾਜ਼ਾ ਲਾਓ ਕੀ ਹੋਵੇਗਾ। ਰੋਮ ਵਾਂਗ ਨੀਰੋ ਬਾਂਸਰੀ ਵਜਾਵੇਗਾ ਤੇ ਸਾਡਾ ਦੇਸ਼ ਤਬਾਹ ਹੋ ਜਾਵੇਗਾ। ਹਰ ਮੌਕੇ ਤੇ, ਹਰ ਥਾਂ ਉੱਤੇ ਅਧਿਆਪਕ ਵਰਗ ਨਾਲ ਚੱਲਦਾ ਰਿਹਾ ਹੈ। ਸੋ ਕਹਿੰਦੇ ਵੀ ਨੇ, ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨਹੀਂ, ਯੁੱਗਾਂ ਤੋਂ ਕਾਫਲੇ ਸੱਚ ਦੇ ਗਵਾਹ ਬਣਦੇ ਨਹੀਂ। ਸੋ ਪੂਰੇ ਵਿਸ਼ਵ ਵਿੱਚ ਇੱਕ ਅਧਿਆਪਕ ਦਾ ਡੰਕਾ ਵੀ ਵੱਜਦਾ ਹੈ ਤੇ ਲੋਕ ਸੰਘਰਸ਼ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਲੋਕ ਸੰਘਰਸ਼ ਵਿੱਚ ਕੀ ਆਵੇਗਾ? ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ, ਅਧਿਆਪਕਾਂ ਦੀਆਂ, ਗੱਲ ਕੀ ਹਰ ਵਰਗ ਦੀਆਂ, ਔਰਤ ਦੀਆਂ, ਮਰਦ ਦੀਆਂ, ਹਰ ਸਮੱਸਿਆਵਾਂ ਨਾਲ। ਸੋ ਜੁੜਦਾ ਕਿਸ ਤਰ੍ਹਾਂ ਹੈ? ਪ੍ਰਸ਼ਨ ਇਹ ਹੈ ਕਿ ਇੱਕ ਅਧਿਆਪਕ ਜੁੜਦਾ ਕਿੱਦਾਂ ਹੈ? ਉਸ ਦੀਆਂ ਜ਼ੂਮ ਮੀਟਿੰਗਾਂ ਹੋ ਰਹੀਆਂ, ਉਹ ਲਿਖਦਾ ਹੈ ਆਪਣੇ ਨਾਟਕਾਂ ਰਾਹੀਂ, ਆਪਣੀਆਂ ਕਵਿਤਾਵਾਂ ਰਾਹੀਂ, ਆਪਣੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਜਾਗਰਿਤ ਕਰਨਾ ਹੀ ਸਮੱਸਿਆ ਨੂੰ ਖਤਮ ਕਰਨ ਦਾ ਇੱਕ ਰਾਹ ਹੈ। ਸੋ ਲੋਕ ਸੰਘਰਸ਼ ਵਿੱਚ ਅਧਿਆਪਕ ਆਪਣਾ ਯੋਗਦਾਨ ਦੇ ਰਹੇ ਹਨ, ਦਿੰਦੇ ਰਹਿਣਗੇ। ਸੋ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਸਮੇਂ-ਸਮੇਂ ਤੇ ਅਧਿਆਪਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਜਾਗਰਿਤ ਕੀਤਾ ਹੈ। ਇਹ ਨਹੀਂ ਕਿ ਅਧਿਆਪਕਾਂ ਨੂੰ ਸਮੱਸਿਆਵਾਂ ਨਹੀਂ ਆਉਂਦੀਆਂ। ਸੋ ਕਹਿੰਦੇ ਨੇ ਸੱਚ ਦੇ ਰਾਹ ਤੇ ਸੂਲੀ ਹੁੰਦੀ ਨਹੀਂ। ਇਸੇ ਲਈ ਸ਼ੁਕਰਾਤ ਨੂੰ ਵੀ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ ਕਿਉਂਕਿ ਉਹ ਵੀ ਇੱਕ ਅਧਿਆਪਕ ਸੀ ਅਤੇ ਉਹ ਵੀ ਸਮਾਜ ਨੂੰ ਚੰਗੇਰੇ ਰਾਹਾਂ ਤੇ ਲੈ ਕੇ ਜਾਂਦਾ ਸੀ। ਸੋ ਅੰਤ ਵਿੱਚ ਮੈਂ ਇਹੀ ਕਹਾਂਗੀ ਕਿ ਅਧਿਆਪਕਾਂ ਨੇ ਪੂਰੇ ਸਮਾਜ ਨੂੰ ਰਾਹ ਰੁਸ਼ਨਾਇਆ ਹੈ ਕਿਉਂਕਿ ਉਹ ਚਾਨਣ ਦੇ ਵੰਜਾਰੇ ਨੇ। ਉਹਨਾਂ ਕੋਲ ਇੱਕ ਸੂਝ ਹੈ, ਇੱਕ ਗਿਆਨ ਹੈ ਸਮੱਸਿਆਵਾਂ ਨਾਲ ਜੂਝਣ ਲਈ। ਸਮੱਸਿਆ ਨਾਲ ਜੂਝਣ ਲਈ ਹਾਕਮਾਂ ਨਾਲ ਲੜਨਾ ਪੈਂਦਾ ਹੈ ਤੇ ਇਹ ਕੋਈ ਸੌਖਾ ਕੰਮ ਨਹੀਂ। ਵਕਤ ਦੀਆਂ ਤਾਕਤਾਂ ਉਹਨਾਂ ਅਧਿਆਪਕਾਂ ਨੂੰ ਡਰਾਉਂਦੀਆਂ ਵੀ ਰਹਿੰਦੀਆਂ ਨੇ ਪਰ ਉਹ ਅਧਿਆਪਕ ਕਦੀ ਵੀ ਨਹੀਂ ਡਰੇ। ਸੋ ਇਹ ਕਾਫਲਾ ਇੰਝ ਹੀ ਚੱਲਦਾ ਰਹੇ। ਬਹੁਤ ਬਹੁਤ ਧੰਨਵਾਦ ਸਿਰਜਣਾਤਮਕ ਸਿੱਖਿਆ ਸੰਸਾਰ ਦਾ ਇਹਨਾਂ ਵਿਚਾਰਾਂ ਨੂੰ ਸਾਂਝੇ ਕਰਨ ਲਈ। ਧੰਨਵਾਦ ਜੀ। ਬਹੁਤ ਹੀ ਸਤਿਕਾਰਯੋਗ ਸਿਰਜਣਾਤਮਕ ਗਰੁੱਪ ਦੇ ਪ੍ਰਬੰਧਕ ਸੰਚਾਲਕ, ਮੇਰੇ ਨਾਲ ਜੁੜੇ ਦੇਸ਼ ਕੌਮ ਦੇ ਭਵਿੱਖ ਨਿਰਮਾਤਾ ਅਧਿਆਪਕ ਸਹਿਬਾਨ ਸਭ ਨੂੰ ਮੇਰੀ ਆਦਰ ਭਰੀ ਨਮਸਤੇ। ਮੈਂ ਰਜਨੀ ਜੱਗਾ, ਲੈਕਚਰਰ ਡਾਈਟ ਫਿਰੋਜ਼ਪੁਰ। ਅੱਜ ਦੇ ਇਸ ਜ਼ੂਮ ਲਾਈਵ ਵਿੱਚ ਮੇਰੇ ਬੋਲਣ ਦਾ ਵਿਸ਼ਾ ਹੈ ਕਿ ਬੱਚੇ ਕਿਉਂ ਵਿਗੜ ਰਹੇ ਹਨ। ਮੈਂ ਆਸ-ਪਾਸ ਆਪਣੇ ਪਰਿਵਾਰਕ ਮੈਂਬਰਾਂ, ਵੱਡੇ ਜੀਆਂ ਨੂੰ ਕੁਐਸਚਨ ਕੀਤਾ ਕਿ ਬੱਚੇ ਸੱਚਮੁੱਚ ਵਿਗੜ ਰਹੇ ਹਨ ਤਾਂ ਉਹਨਾਂ ਨੇ ਕਿਹਾ ਹਾਂਜੀ। ਤਾਂ ਮੈਂ ਉਹਨਾਂ ਦੇ ਇਸ ਉੱਤਰ ਨਾਲ ਸਹਿਮਤ ਨਹੀਂ ਸਾਂ। ਮੈਂ ਕਿਹਾ ਕਿ ਬੱਚੇ ਵਿਗੜ ਨਹੀਂ ਰਹੇ, ਅਸੀਂ ਉਹਨਾਂ ਨੂੰ ਵਿਗਾੜ ਰਹੇ ਹਾਂ। ਤਾਂ ਉਹਨਾਂ ਨੇ ਮੇਰੇ ਨਾਲ ਬਹਿਸ ਹੋ ਗਈ ਕਿ ਅਸੀਂ ਕਿਵੇਂ ਪੇਰੈਂਟਸ ਜਾਂ ਦਾਦਾ ਦਾਦੀ ਜਾਂ ਅਸੀਂ ਕਿਵੇਂ ਵਿਗਾੜ ਰਹੇ ਹਾਂ। ਤਾਂ ਮੈਂ ਉਹਨਾਂ ਨਾਲ ਬਹੁਤ ਇਸ ਵਿਸ਼ੇ ਤੇ ਚਰਚਾ ਕੀਤੀ ਤੇ ਅਸੀਂ ਕੁਝ ਹਾਲਾਤ ਹੀ ਇਸ ਤਰ੍ਹਾਂ ਦੇ ਬਣਾ ਦਿੰਦੇ ਹਾਂ ਕਿ ਬੱਚੇ ਵਿਗੜ ਰਹੇ ਹਨ, ਇਸ ਤਰ੍ਹਾਂ ਦੇ ਸੰਸਕਾਰ ਦੇ ਰਹੇ ਹਾਂ। ਜਿਵੇਂ ਕਿ ਮੈਂ ਕਿਹਾ, ਇੱਕ ਮਾਂ ਕਿੱਟੀ ਤੇ ਲਿਜਾ ਕੇ ਤੰਬੋਲਾ ਖੇਡ ਰਹੀ ਹੈ ਬੱਚੇ ਨੂੰ, ਉਹਦੀ ਗੇਮ ਨਾਲ ਡਿਸਟਰਬ ਹੋ ਜਾਵੇ, ਉਹ ਉਸ ਬੱਚੇ ਨੂੰ ਵਾਰ-ਵਾਰ ਮੋਬਾਈਲ ਤੇ ਗੇਮ ਖੋਲ ਕੇ ਦੇ ਰਹੀ ਹੈ ਤਾਂ ਇਹਦੇ ਵਿੱਚ ਕਸੂਰਵਾਰ ਕੌਣ ਹੈ? ਉਹ 2 ਸਾਲ ਦਾ ਬੱਚਾ ਜਾਂ ਮਾਂ। ਅਸੀਂ ਉਸ ਤਰ੍ਹਾਂ ਦੇ ਹਾਲਾਤ ਹੀ ਉਸ ਬੱਚੇ ਨੂੰ ਦੇ ਦਿੰਦੇ ਹਾਂ ਤਾਂ ਵਿਗਾੜਨ ਵਾਲੀ ਸਿਚੁਏਸ਼ਨ ਹੀ ਇਸ ਬੱਚੇ ਵਾਸਤੇ ਪੈਦਾ
ਕਰਦੇ ਹਨ। ਇਸ ਲਈ ਸਾਨੂੰ ਕੁਝ ਧਿਆਨਯੋਗ ਗੱਲਾਂ ਦੇਣੀਆਂ ਚਾਹੀਦੀਆਂ। ਤੁਸੀਂ ਆਪਣੇ ਬੱਚੇ ਦੇ ਵਤੀਰੇ ਨੂੰ ਚੰਗੇ ਤੇ ਸਿਹਤਮੰਦ ਤਰੀਕੇ ਨਾਲ ਕਿਵੇਂ ਕਾਬੂ ਕਰਨਾ ਹੈ, ਕਿਵੇਂ ਉਸ ਨੂੰ ਸਮਝਣਾ ਹੈ। ਗੈਰ ਹਿੰਸਕ ਤਰੀਕੇ ਨਾਲ ਪਲੇ ਹੋਏ ਬੱਚੇ ਕਹਿੰਦੇ ਕਿ ਜ਼ਿਆਦਾ ਸਮਾਜਿਕ ਹੁੰਦੇ ਹਨ। ਚੰਗੀ ਖੁਰਾਕ ਦਾ ਵਤੀਰੇ ਉੱਪਰ ਅਸਰ ਪੈਂਦਾ ਹੈ। ਬ੍ਰਿਟਿਸ਼ ਜਰਨਲ ਦੇ ਅਨੁਸਾਰ ਵੀ ਜਿਹੜੀ ਚੰਗੀ ਖੁਰਾਕ ਹੈ ਉਹ ਵਤੀਰੇ ਉੱਪਰ ਅਸਰ ਕਰਦੀ ਹੈ। ਚੰਗੀ ਬੁੱਧੀ ਤੇ ਵਰਤਾਓ ਨੂੰ ਵੀ ਯਕੀਨੀ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇਕਰ ਅਸੀਂ ਆਪਣੇ ਬੱਚਿਆਂ ਦਾ ਆਦਰ ਕਰਾਂਗੇ ਤਾਂ ਉਹਨਾਂ ਵੀ ਸਾਡਾ ਆਦਰ ਕਰਨਗੇ। ਆਪਣੇ ਬੱਚਿਆਂ ਨਾਲ ਗੱਲ ਕਰਨ ਵੇਲੇ ਉਹਨਾਂ ਦੇ ਪੱਧਰ ਤੱਕ ਨੀਵੇਂ ਹੋ, ਉਸ ਜ਼ਿੰਮੇਵਾਰੀ ਤੱਕ ਉਹਨਾਂ ਨੂੰ ਲੈ ਕੇ ਜਾਓ ਜੋ ਜ਼ਿੰਮੇਵਾਰੀ ਉਹਨਾਂ ਦੀ ਹੈ। ਉਹਨਾਂ ਨੂੰ ਉਹ ਹਾਲਾਤ ਦਿਓ ਕਿ ਤੁਸੀਂ ਇਹ ਕੰਮ ਕਰਨਾ ਹੈ, ਤਾਂ ਅਸੀਂ ਉਸ ਬੱਚਿਆਂ ਨੂੰ ਉਸ ਤਰ੍ਹਾਂ ਦੇ ਸੰਸਕਾਰ ਦੇ ਸਕਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਇਹੀ ਗੱਲ ਤੇ ਆਨੀ ਹਾਂ ਕਿ ਅਸੀਂ ਬੱਚਿਆਂ ਨੂੰ ਉਸ ਤਰ੍ਹਾਂ ਦੇ ਸੰਸਕਾਰ ਦਈਏ। ਅਸੀਂ ਇਹ ਜਨਮ ਤੋਂ ਨਹੀਂ, ਜਨਮ ਤੋਂ ਪਹਿਲਾਂ ਵੀ ਜਿਹੜਾ ਮਾਂ ਦੇ ਗਰਭ ਵਿੱਚ ਵੀ ਇਹ ਸੰਸਕਾਰ ਦਈਏ। ਇੱਕ ਅਧਿਆਪਕ ਦੇਵੇ, ਇੱਕ ਮਾਂ-ਬਾਪ ਦੇਣ, ਤਾਂ ਇਸ ਦੇ ਲਈ ਇੱਕ ਚੰਗਾ ਨਾਗਰਿਕ, ਚੰਗਾ ਇਨਸਾਨ ਬਣ ਸਕੇ, ਇੱਕ ਚੰਗਾ ਅਧਿਆਪਕ ਬਣ ਸਕੇ, ਤੇ ਉਹਦੇ ਲਈ ਇੱਕ ਚੰਗੇ ਗੁਣਾਂ ਦਾ ਨੁਸਖਾ ਤਿਆਰ ਕੀਤਾ ਹੈ ਜੋ ਕਿ ਆਪਦੀ ਨਜ਼ਰ 'ਚ ਹੈ। ਉਹਦੇ ਲਈ ਸਾਨੂੰ ਚਾਹੀਦਾ ਸੱਚਾਈ ਦੇ ਪੱਤੇ, ਇਮਾਨਦਾਰੀ ਦੀ ਜੜ, ਮਿਲਾਪ ਦੇ ਆਂਵਲੇ, ਉਦਾਰਤਾ ਦਾ ਅਰਕ, ਪਰਉਪਕਾਰ ਦੇ ਬੀਜ, ਬਾਣੀ ਦੀ ਮਿਠਾਸ, ਦੇਸ਼ ਪ੍ਰੇਮ ਦਾ ਬੁਰਾਦਾ ਤੇ ਰਹਿਮ ਦਿਲ ਦਾ ਛਿਲਕਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਮਨ ਰੂਪੀ ਹਾਂਡੀ ਦੇ ਵਿੱਚ ਚੜਾ ਕੇ ਪ੍ਰੇਮ ਦੀ ਅੱਗ ਜਲਾਓ। ਜਦੋਂ ਚੰਗੀ ਤਰ੍ਹਾਂ ਪੱਕ ਜਾਣ ਤੇ ਠੰਡਾ ਹੋਣ ਦੇ ਨੇਕ ਨੀਅਤ ਦੇ ਚਰਿੱਤਰ ਦੀ ਸ਼ੀਸ਼ੀ ਵਿੱਚ ਪਾ ਲਓ। ਤਾਂ ਇਹ ਚੀਜ਼ਾਂ ਸਾਨੂੰ ਕਿਤੋਂ ਵੀ ਨਹੀਂ, ਸਾਨੂੰ ਇਹ ਸੰਸਕਾਰ ਸਾਡੇ ਘਰ ਤੋਂ ਇਹ ਚੀਜ਼ਾਂ ਮਿਲਣਗੀਆਂ। ਇਸ ਸਾਡੇ ਪੇਰੈਂਟਸ ਤੋਂ, ਅਧਿਆਪਕ ਤੋਂ, ਜਨਮ ਤੋਂ ਇਹ ਗੁਣ ਮਿਲਣਗੇ। ਇਹਨਾਂ ਨੂੰ ਹਰ ਰੋਜ਼ ਇਸ ਨੁਸਖੇ ਨੂੰ, ਇਸ ਦਵਾਈ ਨੂੰ ਇੱਕ ਤੋਲਾ ਹਰ ਰੋਜ਼ ਸੰਤੋਖ, ਸਬਰ ਦੀ ਗੁਲੂਕੰਦ ਨਾਲ ਲੈਣਾ ਹੈ। ਜਿਵੇਂ ਕਿ ਕੁਝ ਚੀਜ਼ਾਂ ਆਪਾਂ ਕਹਿੰਦੇ ਹਾਂ ਕਿ ਇਸ ਦਵਾਈ ਨਾਲ ਪਰਹੇਜ਼ ਹੈ, ਤਾਂ ਉਹਦੇ ਲਈ ਕ੍ਰੋਧ ਦੀ ਮਿਰਚ, ਅਹੰਕਾਰ ਦਾ ਤੇਲ ਤੇ ਲੋਭ ਦੇ ਸ਼ਹਿਦ ਦਾ ਪਰਹੇਜ਼ ਕਰਨਾ ਹੈ। ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਵਿਗੜ ਰਹੇ ਹਨ ਉਹਨਾਂ ਹਾਲਾਤਾਂ ਤੋਂ ਬਚਾ ਸਕਦੇ ਹਾਂ। ਇੱਕ ਚੰਗੇ ਬੱਚੇ, ਨਾਗਰਿਕ, ਆਦਰਸ਼ ਅਧਿਆਪਕ ਜਿਹੜਾ ਬਣਾ ਸਕਦੇ ਹਾਂ। ਅਸੀਂ ਉਹਨਾਂ ਦੇ ਨਾਲ ਅੱਜ ਉੱਠਣਾ ਹੋਏਗਾ। ਅਸੀਂ ਜਾਗਾਂਗੇ ਤਾਂ ਬੱਚੇ ਵੀ ਸਾਡੇ ਉਸੇ ਤਰ੍ਹਾਂ ਦੇ ਸੰਸਕਾਰ, ਜੁਆਇੰਟ ਫੈਮਲੀਜ਼ ਦੇ ਸੰਸਕਾਰ, ਇਹ ਸਾਰੇ ਦੇ ਕੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਵਿਗਾੜਨ ਦੇ ਵਿੱਚ, ਉਹਨਾਂ ਨੂੰ ਜਿਹੜਾ ਸੁਧਾਰਨ ਵਿੱਚ ਸਹਾਈ ਹੋ ਸਕਦੇ ਹਾਂ। ਤਾਂ ਇਹਨਾਂ ਲਫ਼ਜ਼ਾਂ ਨਾਲ ਮੈਂ ਬਹੁਤ ਇਸ ਗਰੁੱਪ ਦਾ ਧੰਨਵਾਦ ਕਰਦੀ ਹਾਂ।